ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਐਸ ਟੈਟ ਦਾ ਆਨਲਾਈਨ ਫਾਰਮ ਫਿਲ ਕਰਨਾ ਕਿਵੇਂ ਹੈ। ਅਕਸਰ ਦੇਖਿਆ ਜਾਂਦਾ ਕਿ ਸਟੂਡੈਂਟ ਦੁਆਰਾ ਕੁਝ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਨੇ, ਜਿਹਦੇ ਕਰਕੇ ਉਹਨਾਂ ਦਾ ਸਰਟੀਫਿਕੇਟ ਗਲਤ ਛਪ ਕੇ ਆ ਜਾਂਦਾ ਆ ਐਂਡ ਫਿਊਚਰ ਦੇ ਵਿੱਚ ਉਹਨਾਂ ਨੂੰ ਜੌਬ ਲੈਣ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਜੇਕਰ ਤੁਸੀਂ ਪੀਐਸ ਟੈਟ ਦੇ ਆਨਲਾਈਨ ਫਾਰਮ ਨੂੰ ਗਲਤ ਫਿਲ ਕਰਦੇ ਹੋ। ਸੋ ਇਸ ਕਰਕੇ ਸਾਰਾ ਪ੍ਰੋਸੈਸ ਮੈਂ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰੂੰਗਾ ਐਂਡ ਇਹ ਵੀ ਦੱਸੂੰਗਾ ਕਿ ਕਿਹੜੇ ਸਾਥੀ ਪੀਐਸ ਟੈਟ ਦਾ ਸਰਟੀਫਿਕੇਟ ਦੇ ਸਕਦੇ ਨੇ, ਪਹਿਲੇ ਸਮੈਸਟਰ ਵਾਲੇ, ਲਾਸਟ ਸਮੈਸਟਰ ਵਾਲੇ, ਜਿਨ੍ਹਾਂ ਦਾ ਨਤੀਜਾ ਆਇਆ ਉਹ ਦੇ ਸਕਦੇ ਨੇ ਜਾਂ ਫਿਰ ਨਹੀਂ ਆਇਆ, ਤੁਹਾਡੀ ਫੀਸ ਕਿੰਨੀ ਲੱਗੇਗੀ, ਤੁਹਾਡੀ ਕੈਟਾਗਰੀ ਕੋਈ ਵੀ ਹੋਵੇ। ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਐਂਡ ਇਸ ਤੋਂ ਇਲਾਵਾ ਫਿਊਚਰ ਦੇ ਵਿੱਚ ਕੋਈ ਵੀ ਪੀਐਸ ਟੈਟ ਦੀ ਅਪਡੇਟ ਆਉਂਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਆਪਣੇ ਚੈਨਲ ਤੇ ਦੱਸਿਆ ਜਾਏਗਾ। ਕਾਫੀ ਪੀਐਸ ਟੈਟ ਦਾ ਮਟੀਰੀਅਲ ਆਪਣੇ ਇਸ ਚੈਨਲ ਤੇ ਅਪਲੋਡਡ ਹੈਗਾ ਆ ਐਂਡ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਅਪਲੋਡ ਕਰਨਾ ਆ। ਸੋ ਇਸ ਕਰਕੇ ਜੇਕਰ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜੇ। ਸੋ ਦੋਸਤੋ, ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ। ਗੱਲ ਕਰ ਰਹੇ ਹਾਂ ਪੀਐਸ ਟੈਟ ਦਾ ਜਿਹੜਾ ਤੁਹਾਡਾ ਪੇਪਰ ਹੈਗਾ ਆ, ਜਿਹੜਾ ਕਿ 1 ਦਸੰਬਰ ਨੂੰ ਕੰਡਕਟ ਕਰਵਾਇਆ ਜਾਣਾ ਆ। ਇਸ ਦੇ ਜਿਹੜੇ ਆਨਲਾਈਨ ਫਾਰਮ ਨੇ ਜੀ, ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 16 ਅਕਤੂਬਰ ਨੂੰ। 16 ਅਕਤੂਬਰ ਨੂੰ ਪੀਐਸ ਟੈਟ ਦਾ ਨੋਟੀਫਿਕੇਸ਼ਨ ਆਊਟ ਹੋਇਆ ਐਂਡ 16 ਅਕਤੂਬਰ ਨੂੰ ਹੀ ਇਹਨਾਂ ਦਾ ਜਿਹੜਾ ਆਨਲਾਈਨ ਪੋਰਟਲ ਹੈਗਾ ਜੀ ਉਹ ਵੀ ਓਪਨ ਕਰ ਦਿੱਤਾ ਗਿਆ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਫੀਸ ਦੇਖ ਲਓ। ਜੇਕਰ ਤੁਸੀਂ ਇਸ ਫਾਰਮ ਨੂੰ ਫਿਲ ਕਰਦੇ ਹੋ, ਤੁਸੀਂ ਈਟੀਟੀ ਕੀਤੀ ਹੋਈ ਹੈ ਤਾਂ ਤੁਸੀਂ ਪੇਪਰ 1 ਦਵੋਗੇ। ਜੇਕਰ ਤੁਸੀਂ ਬੀਐਡ ਕੀਤੀ ਹੋਈ ਹੈ ਤਾਂ ਤੁਸੀਂ ਪੇਪਰ 2 ਦੇ ਲਈ ਐਲੀਜੀਬਲ ਹੁੰਨੇ ਹੋ। ਜੇਕਰ ਤੁਸੀਂ ਈਟੀਟੀ ਜਾਂ ਫਿਰ ਬੀਐਡ ਦੋਨੋਂ ਹੀ ਕੀਤੇ ਹੋਏ ਆ ਤਾਂ ਤੁਸੀਂ ਦੋਨੋਂ ਹੀ ਜਿਹੜਾ ਵਿਸ਼ਾ ਦਾ ਜਿਹੜਾ ਪੇਪਰ ਹੈਗਾ ਜੀ ਉਹ ਤੁਸੀਂ ਦੇ ਸਕਦੇ ਹੋ। ਜੇਕਰ ਕਿਸੇ ਸਾਥੀ ਨੇ ਈਟੀਟੀ ਕੀਤੀ ਹੋਈ ਹੈ ਜਾਂ ਫਿਰ ਡੀਐਲਐਡ ਕੀਤੀ ਹੋਈ ਹੈ ਐਂਡ ਉਹਨਾਂ ਦੀ ਕੈਟਾਗਰੀ ਹੈਗੀ ਹੈ ਜਰਨਲ ਜਾਂ ਫਿਰ ਓਬੀਸੀ ਤਾਂ ਉਹਨਾਂ ਦੀ ਫੀਸ ਲੱਗੇਗੀ ਜੀ 1000 ਰੁਪਏ। ਇਸੇ ਤਰ੍ਹਾਂ ਜੇਕਰ ਕੋਈ ਐਸਸੀ ਐਸਟੀ ਕੈਂਡੀਡੇਟ ਹੈਗਾ ਆ ਤਾਂ ਉਹਦੀ ਫੀਸ 500 ਲੱਗੇਗੀ। ਇਸੇ ਤਰ੍ਹਾਂ ਜੇਕਰ ਕੋਈ ਬੀਐਡ ਵਾਲਾ ਸਾਥੀ ਹੈਗਾ ਆ ਉਹਦੀ ਫੀਸ ਲੱਗੇਗੀ 1000 ਜੇਕਰ ਉਹ ਜਰਨਲ ਜਾਂ ਫਿਰ ਬੀਸੀ ਕੈਟਾਗਰੀ ਦਾ ਹੈਗਾ ਆ। ਐਸਸੀ ਐਸਟੀ ਕੈਂਡੀਡੇਟ ਦੀ ਫੀਸ ਲੱਗੇਗੀ 500। ਜੇਕਰ ਤੁਸੀਂ ਦੋਨੋਂ ਪੇਪਰ ਦਿੰਨੇ ਹੋ, ਤੁਹਾਡੀ ਐਲੀਜੀਬਿਲਟੀ ਕ੍ਰਾਈਟੇਰੀਆ ਦੋਨਾਂ ਦੇ ਲਈ ਕੰਪਲੀਟ ਹੁੰਦਾ ਆ, ਬੀਐਡ ਵੀ ਕੀਤੀ ਹੋਈ ਹੈ, ਈਟੀਟੀ ਵੀ ਕੀਤੀ ਹੋਈ ਹੈ, ਤਾਂ ਇਹਦੀ ਜਿਹੜੀ ਫੀਸ ਹੋਏਗੀ ਜੀ ਉਹ ਡਬਲ ਹੋ ਜਾਏਗੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 2000 ਪਲੱਸ 1000 ਕੈਟਾਗਰੀ ਵਾਈਜ਼। ਜਿਹੜੇ ਹੋਣਗੇ ਜੀ ਐਕਸ ਸਰਵਿਸਮੈਨ ਓਨਲੀ ਫॉर ਪੰਜਾਬ, ਇੱਥੇ ਸੈਲਫ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉਹਨਾਂ ਦੀ ਫੀਸ ਇੱਥੇ ਕੋਈ ਵੀ ਨਹੀਂ ਲੱਗੇਗੀ। ਬਾਕੀ ਅਦਰ ਸਟੇਟ ਦੇ ਜਿਹੜੇ ਕੈਂਡੀਡੇਟਸ ਹੋਣਗੇ ਜਿਵੇਂ ਕਿ ਰਾਜਸਥਾਨ ਦੇ, ਹਰਿਆਣਾ ਦੇ, ਕੁਝ ਕੈਂਡੀਡੇਟਸ ਜਿਹੜੇ ਕਿ ਪੰਜਾਬ ਦੇ ਹੀ ਹੁੰਦੇ ਨੇ, ਜਦੋਂ ਉਹ ਸਾਥੀ ਭਰਨਗੇ ਇਸ ਫਾਰਮ ਨੂੰ ਤਾਂ ਤੁਹਾਡੀ ਫੀਸ ਜੀ ਜਿੰਨੀ ਜਨਰਲ ਕੈਟਾਗਰੀ ਦੀ ਫੀਸ ਹੈਗੀ ਆ ਜੀ ਭਾਵ 1000 ਰੁਪਈਆ ਤੇ ਦੋਨੋਂ ਪੇਪਰਾਂ ਦੀ 2000 ਰੁਪਈਆ ਤੁਹਾਨੂੰ ਵੇਖਣ ਨੂੰ ਮਿਲੇਗੀ। ਫੀਸ ਬਾਰੇ ਸਾਰੀ ਜਾਣਕਾਰੀ ਕਲੀਅਰ ਹੋ ਗਈ। ਇਹ ਫੀਸ ਹੈਗੀ ਹੈ ਜੀ ਸਰਕਾਰੀ, ਜਿਹੜੀ ਕਿ ਉਹਨਾਂ ਦੇ ਸਿੱਧੇ ਖਾਤੇ ਵਿੱਚ ਜਾਣੀ ਆ। ਹੁਣ ਅਸੀਂ ਗੱਲ ਕਰਾਂਗੇ ਯੋਗਤਾ ਦੀ ਕਿ ਪੇਪਰ 1 ਦੀ ਯੋਗਤਾ ਕੀ ਹੈਗੀ ਆ ਤੇ ਪੇਪਰ 2 ਦੀ ਯੋਗਤਾ ਕੀ ਹੈਗੀ ਆ। ਪਹਿਲੀ ਗੱਲ ਮੈਂ ਕਲੀਅਰ ਕਰ ਦੇਵਾਂ, ਤੁਹਾਡਾ ਬੀਐਡ ਜਾਂ ਫਿਰ ਈਟੀਟੀ ਦਾ ਜਿਹੜਾ ਨਤੀਜਾ ਹੈਗਾ ਆ ਆਇਆ ਜਾਂ ਫਿਰ ਨਹੀਂ ਆਇਆ, ਤੁਸੀਂ ਪਹਿਲੇ ਸਮੈਸਟਰ ਵਿੱਚ ਹੈਗੇ ਹੋ, ਪਹਿਲੇ ਈਅਰ ਵਿੱਚ ਹੈਗੇ ਹੋ, ਕੋਈ ਗੱਲ ਮੈਟਰ ਨਹੀਂ ਕਰਦੀ। ਜੇਕਰ ਤੁਸੀਂ ਐਨਰੋਲ ਕਰ ਚੁੱਕੇ ਹੋ ਆਪਦੇ ਕੋਰਸ ਦੇ ਵਿੱਚ, ਤੁਸੀਂ ਈਟੀਟੀ ਵਿੱਚ ਐਨਰੋਲ ਕਰ ਚੁੱਕੇ ਹੋ, ਤੁਹਾਡਾ ਭਾਵੇਂ ਦਿਨ ਦਾ ਪਹਿਲਾ ਦਿਨ ਵੀ ਹੈਗਾ ਆ ਐਡਮਿਸ਼ਨ ਦਾ ਐਂਡ ਤੁਸੀਂ ਅੱਜ ਸਕੂਲ ਜੁਆਇਨ ਕੀਤਾ, ਕਾਲਜ ਜੁਆਇਨ ਕੀਤਾ, ਫਿਰ ਵੀ ਤੁਸੀਂ ਆਪਦਾ ਪੀਐਸ ਟੈਟ ਦੇ ਸਕਦੇ ਹੋ ਐਂਡ ਤੁਹਾਡਾ ਸਰਟੀਫਿਕੇਟ ਵੈਲਿਡ ਮੰਨਿਆ ਜਾਏਗਾ ਜੇਕਰ ਤੁਸੀਂ ਆਪਦਾ ਪੀਐਸ ਟੈਟ ਦਾ ਸਰਟੀਫਿਕੇਟ ਪਾਸ ਕਰਦੇ ਹੋ। ਐਂਡ ਪੇਪਰ 1 ਦੀ ਐਲੀਜੀਬਿਲਟੀ ਦੇਖ ਸਕਦੇ ਹੋ, ਉੱਥੇ 4 ਆਪਸ਼ਨਾਂ ਦਿੱਤੀਆਂ ਜਾਣਗੀਆਂ। ਇੱਕ ਤਾਂ ਹੈਗਾ ਜੀ 4 ਸਾਲਾਂ ਵਾਲਾ ਕੋਰਸ ਦੀ ਉੱਥੇ ਗੱਲ ਕੀਤੀ ਗਈ ਹੈ ਤੇ ਬਾਕੀ ਹੈਗੇ ਆ ਜੀ ਡਿਪਲੋਮਾ, ਡੀਐਲਐਡ ਜਾਂ ਫਿਰ ਈਟੀਟੀ। ਜਿਵੇਂ ਕਿ ਮੈਂ ਜਦੋਂ ਫਾਰਮ ਫਿਲ ਕਰ ਰਿਹਾ ਉਹ ਮੈਂ ਤੁਹਾਨੂੰ ਵਿਖਾਊਂਗਾ। ਇੱਥੇ ਤੁਸੀਂ ਕੋਈ ਵੀ ਆਪਸ਼ਨ ਵੈਸੇ ਲਗਾ ਸਕਦੇ ਹੋ, ਬਟ ਜਿਵੇਂ ਕਿ ਮੈਂ ਉੱਥੇ ਜਿਹੜੀ ਆਪਸ਼ਨ ਲਗਾਈ ਹੋਈ ਹੈ ਉਹ ਲਗਾਈ ਹੈ ਜੀ ਇੱਥੇ ਈਟੀਟੀ ਲਈ ਪੇਪਰ ਜਿਹੜਾ ਹੈਗਾ ਆ ਜੀ ਇਹ ਤੁਸੀਂ ਇਹ ਲਗਾ ਸਕਦੇ ਹੋ। ਤੇ ਇੱਧਰ ਤੁਸੀਂ ਜਿਹੜਾ ਪੇਪਰ 2 ਦੀ ਐਲੀਜੀਬਿਲਟੀ ਦੇਖ ਰਹੇ ਹੋ ਜਿਨ੍ਹਾਂ ਨੇ ਬੀਐਡ ਕੀਤੀ ਹੋਈ ਹੈ
ਤੁਸੀਂ ਤੀਸਰੇ ਨੰਬਰ ਵਾਲੀ ਜਿਹੜੀ ਆਪਸ਼ਨ ਹੈਗੀ ਆ ਜੀ ਉਹ ਤੁਸੀਂ ਲਗਾ ਦਿਓ। ਬਾਕੀ 1 ਲਗਾਣੀ 2 ਲਗਾਣੀ ਹੋਏ 2 ਵੀ ਲਗਾ ਸਕਦੇ ਹੋ, ਬਟ ਇੱਥੇ ਪਹਿਲੇ ਨੰਬਰ ਤੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਲਿਖਿਆ ਹੋਇਆ, ਬਟ ਆਪਣੀ ਕੀ ਹੁੰਦੀ ਹੈ ਜੀ, ਆਪਣੀ ਹੁੰਦੀ ਆ ਡਿਗਰੀ ਬੈਚਲਰ ਆਫ ਐਜੂਕੇਸ਼ਨ। ਸੋ ਦੂਜੇ ਜਾਂ ਫਿਰ ਤੀਜੇ ਵਿੱਚ ਤੁਹਾਡਾ ਜਿਹੜਾ ਦਿਲ ਕਰੇ ਉਹ ਲਗਾ ਸਕਦੇ ਹੋ। ਬਾਕੀ ਜਿਨ੍ਹਾਂ ਸਾਥੀਆਂ ਨੇ 4 ਸਾਲਾਂ ਵਾਲਾ ਕੋਰਸ ਕੀਤਾ ਹੋਊਗਾ ਤੇ ਉਹ ਆਪਸ਼ਨ ਇੱਧਰ ਵਾਲੀ ਸੈਕੰਡ ਲਾਸਟ ਵਾਲੀ ਆਪਸ਼ਨ ਲਗਾ ਸਕਦੇ ਆ। ਹੋਪ ਸੋ ਮੇਰੀਆਂ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਹੋ ਰਹੀਆਂ ਹੋਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਫਾਰਮ ਨੂੰ ਫਿਲ ਕਰਨਾ ਆ। ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੂਗਲ ਦੇ ਉੱਤੇ। ਗੂਗਲ ਤੇ ਤੁਸੀਂ ਕੀ ਸਰਚ ਕਰੋਗੇ? ਗੂਗਲ ਤੇ ਤੁਸੀਂ ਸਰਚ ਕਰਨਾ ਹੈ PS TET। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਜਦੋਂ ਤੁਸੀਂ PS TET ਸਰਚ ਕੀਤਾ ਤਾਂ ਤੁਹਾਡੇ ਸਾਹਮਣੇ ਆਹ ਵਾਲਾ ਲਿੰਕ ਓਪਨ ਹੋਏਗਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ pstet.pseb.ac.in ਆਹ ਵਾਲੇ ਪਹਿਲੇ ਬਟਨ ਤੇ ਤੁਸੀਂ ਕਰ ਦਿਓ ਕਲਿੱਕ। ਜਦੋਂ ਤੁਸੀਂ ਇੱਥੇ ਕਲਿੱਕ ਕੀਤਾ ਤੁਹਾਡੇ ਸਾਹਮਣੇ ਆਹ ਪੇਜ ਓਪਨ ਹੋ ਜਾਏਗਾ। ਇੱਥੇ ਕਾਫੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਐਂਡ ਆਪਾਂ ਕਿੱਥੇ ਕਲਿੱਕ ਕਰਾਂਗੇ। ਜਿਵੇਂ ਕਿ ਤੁਹਾਡੇ ਸਾਹਮਣੇ ਜਦੋਂ ਆਹ ਵਾਲਾ ਪੇਜ ਓਪਨ ਹੋ ਗਿਆ, ਹੁਣ ਤੁਸੀਂ ਥੋੜਾ ਜਿਹਾ ਇਹਨੂੰ ਸਕਰੋਲ ਕਰੋਗੇ ਨਾ, ਸਕਰੋਲ ਕਰਨ ਦੇ ਨਾਲ ਹੀ ਜਿਵੇਂ ਕਿ ਤੁਸੀਂ ਆਹ ਵੇਖ ਰਹੇ ਹੋ ਨਾ, ਆਹ ਰਜਿਸਟਰ ਤੇ ਲੌਗਇਨ ਲਿਖਿਆ ਹੋਇਆ, ਇੱਥੇ ਜਦੋਂ ਤੁਸੀਂ ਥੱਲੇ ਵੇਖਦੇ ਹੋ ਤਾਂ ਇੱਥੇ ਲੌਗਇਨ ਦੀ ਆਪਸ਼ਨ ਹੈਗੀ ਆ ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਆਪਸ਼ਨ ਤੁਹਾਨੂੰ ਵੇਖਣ ਨੂੰ ਮਿਲੇਗੀ। ਕਿਉਂਕਿ ਮੈਂ ਰਜਿਸਟ੍ਰੇਸ਼ਨ ਤਾਂ ਕੀਤੀ ਨਹੀਂ, ਸੋ ਮੈਂ ਜਦੋਂ ਆਨਲਾਈਨ ਰਜਿਸਟ੍ਰੇਸ਼ਨ ਫॉर PS TET ਇਸ ਬਟਨ ਦੇ ਉੱਤੇ ਕਲਿੱਕ ਕਰਦਾ ਆ ਤਾਂ ਇੱਕ ਮੇਰੇ ਸਾਹਮਣੇ ਨਵਾਂ ਪੇਜ ਓਪਨ ਹੋਏਗਾ ਜਿੱਥੇ ਕਾਫੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਆ। ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਹੈ, ਤੁਹਾਡੇ ਕੋਲ ਫੋਟੋ ਹੋਣੀ ਚਾਹੀਦੀ ਹੈ, ਸਿਗਨੇਚਰ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਇੱਕ ਈਮੇਲ ਆਈਡੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਇੱਕ ਚੱਲਦਾ ਨੰਬਰ ਹੋਣਾ ਚਾਹੀਦਾ ਹੈ। ਸੋ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹ ਲੈਂਦੇ ਹੋ ਤਾਂ ਇੱਥੇ ਆ ਜਾਏਗਾ ਇੱਕ ਗ੍ਰੀਨ ਕਲਰ ਦਾ ਬਟਨ ਵਿਖੇਗਾ ਤੇ ਨਾਲੇ ਇੱਥੇ ਟਿਕ ਕਰਨ ਨੂੰ ਕਹੇਗਾ। ਜਦੋਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਦੇ ਹੋ ਇੱਥੇ ਤੁਸੀਂ ਕਲਿੱਕ ਕਰਨਾ ਆ, ਇੱਥੇ ਗ੍ਰੀਨ ਜੇ ਕਲਰ ਨਾਲ ਟਿਕ ਵੱਜੇਗੀ, ਫਿਰ ਤੁਸੀਂ ਇੱਥੇ ਕਲਿੱਕ ਹੇਅਰ ਟੂ ਪ੍ਰੋਸੀਡ ਤੇ ਕਲਿੱਕ ਕਰ ਦਿਓ। ਜਦੋਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਤਾ ਫਿਰ ਤੁਸੀਂ ਆ ਜਾਂਦੇ ਹੋ ਅਗਲੇ ਪੇਜ ਦੇ ਉੱਤੇ। ਇੱਥੇ ਤੁਹਾਡੇ ਤੋਂ ਕੁਝ ਪਰਸਨਲ ਡਿਟੇਲ ਮੰਗੀ ਜਾਏਗੀ, ਜਿਵੇਂ ਕਿ ਮੈਂ ਤਾਂ ਇੱਥੇ ਫਿਲ ਕਰਤਾ ਆ ਆਪਦਾ ਨਾਮ। ਜਦੋਂ ਤੁਸੀਂ ਆਪਦਾ ਨੇਮ ਫਿਲ ਕਰ ਦਿੱਤਾ, ਆਪਦੇ ਪਾਪਾ ਜੀ ਦਾ ਨਾਮ ਫਿਲ ਕਰਤਾ, ਫਿਰ ਤੁਸੀਂ ਆਪਦੀ ਮਾਤਾ ਜੀ ਦਾ ਨਾਮ ਫਿਲ ਕਰ ਦੇਣਾ ਆ। ਉਸ ਤੋਂ ਬਾਅਦ ਤੁਸੀਂ ਆਪਦੀ ਡੇਟ ਆਫ ਬਰਥ, ਇੱਥੇ ਕੈਲੰਡਰ ਓਪਨ ਹੋ ਜਾਏਗਾ। ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਇੱਥੇ ਇੱਕ ਕੈਲੰਡਰ ਟਾਈਪ ਓਪਨ ਹੋ ਜਾਏਗਾ ਜਿੱਥੇ ਤੁਸੀਂ ਸਿਲੈਕਟ ਕਰਦੇ ਹੋ। ਜਿਵੇਂ ਕਿ ਮੇਰੀ ਡੇਟ ਆਫ ਬਰਥ ਜਿਹੜੀ ਵੀ ਹੈਗੀ ਆ ਮੈਂ ਇੱਥੇ ਸਿਲੈਕਟ ਕਰ ਦਿੱਤੀ ਹੈ ਆਪਦਾ। ਫਿਰ ਇੱਥੇ ਜੈਂਡਰ ਸਿਲੈਕਟ ਕਰਦੇ ਹੋ, ਫਿਰ ਮੈਂ ਇੱਥੇ ਆਪਦੀ ਈਮੇਲ ਆਈਡੀ ਵੀ ਭਰ ਦਿੱਤੀ ਹੈ। ਉਸ ਤੋਂ ਬਾਅਦ ਤੁਸੀਂ ਆਪਦਾ ਮੋਬਾਈਲ ਨੰਬਰ ਫਿਲ ਕਰਦੇ ਹੋ। ਉਸ ਤੋਂ ਬਾਅਦ ਇੱਥੇ 2 ਆਪਸ਼ਨਾਂ ਆਉਣਗੀਆਂ, ਆਧਾਰ ਕਾਰਡ ਸਾਰਿਆਂ ਕੋਲ ਹੁੰਦਾ ਆ, ਸੋ ਇਸ ਕਰਕੇ ਆਪਾਂ ਇੱਥੇ ਕਰ ਦਾਂਗੇ ਆਧਾਰ ਕਾਰਡ ਤੇ ਇੱਥੇ ਤੁਸੀਂ ਆਪਦਾ ਆਧਾਰ ਨੰਬਰ ਟਾਈਪ ਕਰ ਦਿਓ। ਉਸ ਤੋਂ ਬਾਅਦ ਤੁਸੀਂ ਆਪਦਾ ਭਰਨਾ ਆ ਘਰ ਦਾ ਐਡਰੈਸ। ਜਿਵੇਂ ਕਿ ਮੈਂ ਤਾਂ ਜ਼ਿਆਦਾ ਚੱਕਰਾਂ 'ਚ ਨਹੀਂ ਪੈਣਾ ਸੀਗਾ, ਇਸ ਕਰਕੇ ਮੈਂ ਐਡਰੈਸ ਦੇ ਵਿੱਚ ਆਪਦੇ ਜ਼ਿਲ੍ਹੇ ਦਾ ਨਾਮ ਹੀ ਫਿਲ ਕਰ ਦਿੱਤਾ ਹੈ ਐਂਡ ਇੱਥੇ ਬਾਅਦ ਵਿੱਚ ਮੈਂ ਇੱਥੇ ਟਿਕ ਕਰ ਦਿੱਤੀ ਹੈ। ਜਦੋਂ ਮੈਂ ਸ਼੍ਰੀ ਮੁਕਤਸਰ ਸਾਹਿਬ ਪੰਜਾਬ, ਇੱਥੇ ਜ਼ਿਲ੍ਹਾ ਭਰ ਦਿਓ, ਇੱਥੇ ਤਹਿਸੀਲ ਨੇਮ ਜੋ ਕੁਝ ਹੋਏਗਾ ਜੀ ਆਪਣੇ ਆਪ ਹੀ ਉਹਨੇ ਚੱਕ ਲੈਣਾ ਆ। ਜੇਕਰ ਨਾ ਚੱਕਿਆ ਤੇ ਆਪ ਹੀ ਫਿਲ ਕਰ ਦਿਓ। ਉਸ ਤੋਂ ਬਾਅਦ ਆਪਦਾ ਪਿਨ ਕੋਡ ਫਿਲ ਕਰ ਦਿਓ। ਐਂਡ ਇੱਕ ਗੱਲ ਹੋਰ, ਤੁਹਾਡਾ PS TET ਦਾ ਸਰਟੀਫਿਕੇਟ ਮਿਲਣਾ ਕਿੱਥੋਂ ਹੈ? ਜਿਹੜੀ ਇੱਥੇ ਇਨਫੋਰਮੇਸ਼ਨ ਤੁਸੀਂ ਫਿਲ ਕਰ ਰਹੇ ਹੋ ਉਸ ਆਧਾਰ ਤੇ ਹੀ ਤੁਹਾਨੂੰ PS TET ਦਾ ਸਰਟੀਫਿਕੇਟ ਮਿਲੇਗਾ। ਪਰਮਾਨੈਂਟ ਐਡਰੈਸ ਤੁਸੀਂ ਜੋ ਫਿਲ ਕਰੋਗੇ ਨਾ ਉਸ ਆਧਾਰ ਤੇ ਹੀ, ਉਸ ਡਾਈਟ ਦੇ ਵਿੱਚ ਹੀ ਤੁਹਾਡਾ PS TET ਦਾ ਸਰਟੀਫਿਕੇਟ ਭੇਜਿਆ ਜਾਵੇਗਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਨਾਲ ਫਿਲ ਕਰਿਓ। ਕੋਰਸਪੋਂਡੈਂਸ ਐਡਰੈਸ ਦਾ ਕੋਈ ਲੈਣਾ ਦੇਣਾ ਨਹੀਂ। ਸੋ ਇੱਥੇ ਜਿਵੇਂ ਕਿ ਮੈਂ ਕਰ ਦਊਂਗਾ ਜੀ, ਜਿਵੇਂ ਕਿ ਸੇਮ ਐਸ ਕੋਰਸਪੋਂਡੈਂਸ ਐਡਰੈਸ। ਜੇ ਤੁਹਾਡਾ ਨਹੀਂ ਹੈਗਾ ਸੇਮ ਤੇ ਤੁਸੀਂ ਇੱਥੇ ਅਲੱਗ ਐਡਰੈਸ ਭਰ ਦਿਓ। ਸੋ ਇਹ ਜਦੋਂ ਸਾਰੀਆਂ ਚੀਜ਼ਾਂ ਮੈਂ ਇੱਥੇ ਜਦੋਂ ਟਿਕ ਲਗਾਤੀ, ਟਿਕ ਲਗਾਉਣ ਦੇ ਨਾਲ ਜਿਹੜੀ ਉੱਪਰਲੀ ਇਨਫੋਰਮੇਸ਼ਨ ਸੀਗੀ ਜੀ ਉਹ ਥੱਲੇ ਵੀ ਭਰੀ ਹੋਈ ਆ ਜਾਏਗੀ। ਹੁਣ ਮੈਂ ਆਪਦਾ ਜਿਹੜਾ ਪਾਸਵਰਡ ਹੋਏਗਾ, ਪਾਸਵਰਡ ਵੈਸੇ ਕਾਫੀ ਵਾਰ ਦਿੱਕਤ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਆ। ਸੋ ਤੁਸੀਂ ਪਾਸਵਰਡ ਫਿਲ ਕਰਨਾ ਕਿਵੇਂ ਜਾਇਆ? ਜਿਵੇਂ ਕਿ ਮੰਨ ਲਓ ਮੇਰਾ ਨਾਮ ਅਟਲ ਹੈ ਤੇ ਮੈਂ ਇੱਥੇ ਜਿਹੜਾ ਪਾਸਵਰਡ ਫਿਲ ਕਰੂੰਗਾ ਨਾ, ਜਿਵੇਂ ਕਿ A ਲਿਖਤੀ A, ਫਿਰ T ਛੋਟੀ ਪਾਤੀ, ਫਿਰ A ਤੇ L ਛੋਟੀ ਪਾਤੀ, ਉਸ ਤੋਂ ਬਾਅਦ ਕੋਈ ਵੀ ਸਪੈਸ਼ਲ ਕਰੈਕਟਰ @ ਪਾਤਾ, ਫਿਰ ਮੈਂ ਇੱਥੇ ਪਾਤਾ ਜੀ 1 2 3 4 5। ਜੇਕਰ ਤੁਸੀਂ ਇਸ ਪਾਸਵਰਡ ਨੂੰ ਫਿਲ ਕਰਦੇ ਹੋ ਤਾਂ ਉੱਥੇ ਕੋਈ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਉੱਥੇ ਕੈਪੀਟਲ ਲੈਟਰ ਵੀ ਆ ਗਿਆ, ਲੋਅਰ ਕੇਸ ਵੀ ਆ ਗਿਆ, ਨੰਬਰ ਵੀ ਆ ਗਿਆ, ਸਪੈਸ਼ਲ ਕਰੈਕਟਰ ਵੀ ਆ ਗਿਆ। ਤੇ ਇਹ 4-5 ਚੀਜ਼ਾਂ ਆਪਾਂ ਐਡ ਕਰਨੀਆਂ ਹੁੰਦੀਆਂ ਨੇ ਪਾਸਵਰਡ ਦੇ ਵਿੱਚ। ਇਹ ਵੀ ਗਾਈਡਲਾਈਨ ਦੇ ਵਿੱਚ ਲਿਖਿਆ ਗਿਆ ਸੀਗਾ। ਜਦੋਂ ਤੁਸੀਂ ਇਹ ਸਾਰਾ ਕੁਝ ਕਰ ਲਿਆ ਫਿਰ ਤੁਸੀਂ ਪਾਸਵਰਡ ਜਿਹੜਾ ਹੈਗਾ ਜੀ ਕਨਫਰਮ ਪਾਸਵਰਡ ਤੇ ਕਲਿੱਕ ਕਰ ਦਿਓ। ਫਿਰ ਇੱਥੇ ਇਹਨਾਂ ਨੇ ਪੁੱਛਿਆ ਕਿ
ਪਾਸਵਰਡ ਪਾਲਿਸੀ ਦੇ ਅਧੀਨ ਕਿ ਸਿਕਿਉਰਿਟੀ ਕੁਐਸਚਨ ਹੈ ਤੇ ਇੱਥੇ ਇਹਨਾਂ ਨੇ ਪੁੱਛਿਆ ਕਿ ਤੁਸੀਂ ਕਿਹੜੀ ਵੈਬਸਾਈਟ ਤੇ ਜ਼ਿਆਦਾ ਜਾਣਦੇ ਹੋ। ਮੈਂ ਲਿਖਤਾ ਇੱਥੇ YouTube। ਫਿਰ ਇੱਥੇ ਮੈਂ ਲਗਾਈ ਟਿਕ ਲੱਗੀ ਨਹੀਂ ਸੀ, ਫਿਰ ਮੈਂ ਇੱਥੇ ਲਗਾਤੀ ਟਿਕ ਗ੍ਰੀਨ ਜੇ ਬਲੂ ਜੇ ਕਲਰ ਨਾਲ। ਫਿਰ ਇੱਥੇ ਮੈਂ ਸਬਮਿਟ ਬਟਨ ਦੇ ਉੱਤੇ ਕਲਿੱਕ ਕਰਤਾ। ਸਬਮਿਟ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਕੀ ਹੋਏਗਾ ਜੀ, ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਤੁਹਾਡੇ ਸਕਰੀਨ ਦੇ ਸਾਹਮਣੇ ਇੱਕ ਮੈਸੇਜ ਅਪੀਅਰ ਹੋਏਗਾ ਜਿੱਥੇ ਲਿਖਿਆ ਹੋਣਾ ਕਿ OTP ਤੁਹਾਡੇ ਮੋਬਾਈਲ ਨੰਬਰ ਦੇ ਉੱਤੇ ਭੇਜ ਦਿੱਤਾ ਗਿਆ ਹੈ। ਜੇਕਰ ਤੁਸੀਂ ਉਸ OTP ਨੂੰ ਫਿਲ ਕਰੋਗੇ ਫਿਰ ਹੀ ਤੁਹਾਡੀ ਰਜਿਸਟ੍ਰੇਸ਼ਨ ਕੰਪਲੀਟ ਹੋਏਗੀ। ਹੁਣ ਤੁਸੀਂ ਓਕੇ ਬਟਨ ਤੇ ਕਲਿੱਕ ਕਰ ਦਿਓ, ਟੈਪ ਕਰ ਦਿਓ। ਉਸ ਤੋਂ ਬਾਅਦ ਜਿਹੜਾ OTP ਤੁਹਾਡੇ ਮੋਬਾਈਲ ਤੇ ਆਇਆ ਹੋਣਾ ਉਹ ਤੁਸੀਂ ਇਸ ਡੱਬੇ ਦੇ ਵਿੱਚ ਫਿਲ ਕਰ ਦਿਓ, ਜਿਵੇਂ ਕਿ ਮੈਂ OTP ਇਸ ਡੱਬੇ ਦੇ ਉੱਤੇ ਫਿਲ ਕਰਤਾ ਹੈ। ਇਸ ਤੋਂ ਬਾਅਦ ਜਿਹੜਾ ਵੈਰੀਫਾਈ ਬਟਨ ਹੋਏਗਾ ਜੀ, ਇਸ ਬਟਨ ਤੇ ਕਲਿੱਕ ਕਰਿਓ। ਵੈਰੀਫਾਈ ਬਟਨ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਖਿਆ ਆ ਜਾਏਗਾ ਸਕਸੈਸਫੁਲੀ ਵੈਰੀਫਾਈਡ। ਫਿਰ ਤੁਸੀਂ ਇਸ ਓਕੇ ਬਟਨ ਤੇ ਕਲਿੱਕ ਕਰਿਓ। ਉਸ ਤੋਂ ਬਾਅਦ ਇਹਨਾਂ ਨੇ ਲਿਖ ਦੇਣਾ ਆ ਕਿ ਤੁਹਾਡੀ ਰਜਿਸਟ੍ਰੇਸ਼ਨ ਤਾਂ ਹੋ ਗਈ ਕੰਪਲੀਟ। ਹੁਣ ਤੁਸੀਂ ਆਪ ਦਾ ਐਪਲੀਕੇਸ਼ਨ ਫਾਰਮ ਫਿਲ ਕਰੋ, ਫਿਰ ਫੀ ਪੇਮੈਂਟ ਕਰੋ। ਐਪਲੀਕੇਸ਼ਨ ਫਾਰਮ ਦੇ ਵਿੱਚ ਕੁਝ ਸਟੈਪ ਵੇਖਣ ਨੂੰ ਮਿਲਣਗੇ, ਸੋ ਇਸ ਕਰਕੇ ਇੱਥੇ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਿਓ ਜਿੱਥੇ ਲਿਖਿਆ ਕੀ ਹੋਇਆ ਕੰਪਲੀਟ ਐਪਲੀਕੇਸ਼ਨ ਫਾਰਮ। ਜਦੋਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਤਾ ਤਾਂ ਤੁਹਾਡੇ ਸਾਹਮਣੇ ਆਹ 5 ਚੀਜ਼ਾਂ ਆ ਜਾਣਗੀਆਂ। ਭਾਵ ਇਹ ਕਿ ਤੁਹਾਨੂੰ ਪਹਿਲਾਂ ਪਰਸਨਲ ਡਿਟੇਲ ਫਿਲ ਕਰਨੀ ਪੈਣੀ ਆ। ਫਿਰ ਅਪਲਾਈ ਫॉर ਤੁਸੀਂ ਕਿਹੜੇ ਪੇਪਰ ਦੇ ਲਈ, ਪੇਪਰ 1 ਦੇ ਲਈ, ਪੇਪਰ 2 ਦੇ ਲਈ, ਕਿਹੜਾ ਪੇਪਰ ਤੁਸੀਂ ਦੇਣਾ ਆ। ਫਿਰ ਉਸ ਤੋਂ ਬਾਅਦ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਆ। ਉਸ ਤੋਂ ਬਾਅਦ ਤੁਹਾਡੇ ਸਿਗਨੇਚਰ ਤੇ ਤੁਹਾਡੀ ਫੋਟੋ ਅਪਲੋਡ ਹੋਣੀ ਆ, ਫਿਰ ਜਾ ਕੇ ਫਾਈਨਲ ਸਬਮਿਟ ਹੋਣਾ ਆ। ਸੋ ਜਦੋਂ ਮੈਂ ਕੰਪਲੀਟ ਐਪਲੀਕੇਸ਼ਨ ਫਾਰਮ ਤੇ ਕਲਿੱਕ ਕੀਤਾ ਤੇ ਇੱਥੇ ਮੇਰੇ ਸਾਹਮਣੇ ਮੈਸੇਜ ਆ ਗਿਆ ਕਿ ਬਈ ਜੇ ਤੁਸੀਂ ਕੋਈ ਵੀ ਕੈਟਾਗਰੀ ਸਿਲੈਕਟ ਕਰ ਰਹੇ ਹੋ, ਮੰਨ ਲਓ ਕਿ ਕਿਸੇ ਦੀ ਕੈਟਾਗਰੀ ਸੀਗੀ BC SC ਤੇ ਉਹਨੇ ਉਹ ਕੈਟਾਗਰੀ ਫਿਲ ਕਰ ਦਿੱਤੀ ਤੇ ਫੀਸ ਤੁਸੀਂ ਇੱਕ ਵਾਰ ਦੇ ਦਿੱਤੀ, ਤਾਂ ਜਿਹੜੀ ਕੈਟਾਗਰੀ ਹੈਗੀ ਹੈ ਨਾ ਉਹ ਕਿਸੇ ਵੀ ਹਾਲਤ ਵਿੱਚ ਕੈਟਾਗਰੀ ਚੇਂਜ ਨਹੀਂ ਕੀਤੀ ਜਾਊਗੀ, ਕਿਉਂਕਿ ਕਾਫੀ ਵਾਰ ਸਾਥੀ ਜਿਹੜੇ ਹੁੰਦੇ ਨੇ ਉਹ ਆਪਦੀ ਕੈਟਾਗਰੀ ਭੁਲੇਖੇ ਨਾਲ ਜਾਂ ਫਿਰ ਜਿਵੇਂ ਵੀ ਗਲਤ ਭਰ ਬੈਠਦੇ ਨੇ ਤੇ ਸੇਮ ਚੀਜ਼ ਉਹਨਾਂ ਦੇ ਸਰਟੀਫਿਕੇਟ ਤੇ ਪ੍ਰਿੰਟ ਹੋ ਕੇ ਆ ਜਾਂਦੀ ਹੈ ਤੇ ਬਾਅਦ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ। ਪਹਿਲਾਂ ਜਿਹੜੀ ਇਨਫੋਰਮੇਸ਼ਨ ਮੈਂ ਕੁਝ ਲਿਖੀ ਹੋਈ ਸੀਗੀ, ਜਿਵੇਂ ਕਿ ਮੇਰਾ ਨਾਮ, ਪਾਪਾ ਦਾ ਨਾਮ, ਮਦਰ ਦਾ ਨੇਮ, ਡੇਟ ਆਫ ਬਰਥ, ਜੈਂਡਰ, ਈਮੇਲ ID, ਮੋਬਾਈਲ ਨੰਬਰ ਤੇ ਆਈਡੈਂਟੀਟੀ ਟਾਈਪ, ਇਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਭਰੀਆਂ ਹੋਣਗੀਆਂ ਕਿਉਂਕਿ ਮੈਂ ਰਜਿਸਟ੍ਰੇਸ਼ਨ ਕਰਦੇ ਟਾਈਮ ਇਹ ਚੀਜ਼ਾਂ ਫਿਲ ਕੀਤੀਆਂ ਸੀਗੀਆਂ। ਸੋ ਜਦੋਂ ਤੁਸੀਂ ਵੇਖਦੇ ਹੋ ਉਸ ਬਟਨ ਤੇ ਤੁਸੀਂ ਕਲਿੱਕ ਕਰਤਾ, ਆ ਜਿਹੜਾ ਬਟਨ ਸੀਗਾ ਜੀ, ਇਸ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਆਧਾਰ ਨੰਬਰ ਸਾਰਾ ਕੁਝ ਸ਼ੋ ਹੋ ਜਾਏਗਾ, ਤੁਹਾਡਾ ਐਡਰੈਸ ਵੀ ਸ਼ੋ ਹੋਏਗਾ ਜੋ ਮੈਂ ਐਡਰੈਸ ਉੱਤੇ ਫਿਲ ਕੀਤਾ ਸੀਗਾ। ਐਡਰੈਸ ਫਿਲ ਕਰਨ ਤੋਂ ਬਾਅਦ ਤੁਹਾਡੇ ਤੋਂ ਇੱਥੇ 5 ਚੀਜ਼ਾਂ ਪੁੱਛੀਆਂ ਜਾਣਗੀਆਂ, ਜਿਵੇਂ ਕਿ ਤੁਹਾਡੀ ਕੈਟਾਗਰੀ ਕੀ ਹੈਗੀ ਆ, ਤੁਹਾਡਾ ਡੋਮਿਸਾਈਲ ਕੀ ਹੈ, ਕੀ ਤੁਸੀਂ ਪੰਜਾਬ ਦੇ ਹੋ ਜਾਂ ਫਿਰ ਕਿਸੇ ਹੋਰ ਰਾਜ ਦੇ ਹੈਗੇ ਹੋ। ਉਸ ਤੋਂ ਬਾਅਦ ਤੁਹਾਡੀ ਨੈਸ਼ਨੈਲਿਟੀ ਕੀ ਹੈਗੀ ਹੈ, ਇਹ ਇੰਡੀਅਨ ਹੈ, ਸਾਰਿਆਂ ਦੀ ਇੰਡੀਅਨ ਹੀ ਹੋਵੇਗੀ, ਕੋਈ ਅਬਰੋਡ ਤੋਂ ਬੰਦਾ ਆ ਕੇ ਤਾਂ ਪੇਪਰ ਦਊਗਾ ਨਹੀਂ PS ਸਟੇਟ ਦਾ। ਇੰਪਲੋਇਮੈਂਟ ਸਟੇਟਸ ਕੀ ਹੈ ਤੁਹਾਡਾ, ਡਿਫਰੈਂਟਲੀ ਏਬਲਡ, ਜਿਵੇਂ ਕਿ ਸਹੀ ਸਲਾਮਤ ਹੈਗੇ ਹੋ ਤਾਂ ਤੁਸੀਂ ਇੱਥੇ ਕਰ ਦਿਓ ਨੋ, ਅਦਰਵਾਈਜ਼ ਇੱਥੇ ਯੈਸ ਕਰ ਦਿਓ। ਉਸ ਤੋਂ ਬਾਅਦ ਤੁਹਾਡੇ ਤੋਂ ਪ੍ਰਤੀਸ਼ਤ ਵੀ ਪੁੱਛਣਗੇ ਜੇਕਰ ਤੁਸੀਂ ਡਿਫਰੈਂਟਲੀ ਏਬਲਡ ਹੋਏ। ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਕਿ ਕੈਟਾਗਰੀਜ਼ ਕਿਹੜੀਆਂ ਨੇ। ਹੁਣ ਆਪਾਂ ਭਰ ਕੇ ਵਿਖਾਉਂਦੇ ਆ, ਜਿਵੇਂ ਕਿ ਕੈਟਾਗਰੀਜ਼ ਦੇ ਵਿੱਚ ਜਰਨਲ ਓਨਲੀ ਫॉर ਪੰਜਾਬ, BC OBC ਓਨਲੀ ਫॉर ਪੰਜਾਬ, SC ਓਨਲੀ ਫॉर ਪੰਜਾਬ, ST ਓਨਲੀ ਫॉर ਪੰਜਾਬ, ਐਕਸ ਸਰਵਿਸਮੈਨ ਸੈਲਫ ਓਨਲੀ ਫॉर ਪੰਜਾਬ ਐਂਡ ਅਦਰ ਸਟੇਟ ਫॉर ਆਲ ਕੈਟਾਗਰੀਜ਼। ਪਹਿਲੇ ਆਪਸ਼ਨ ਤੇ ਕਲਿੱਕ ਕਰ ਦਿਓ, ਫਿਰ ਦੂਜੇ ਨੰਬਰ ਦੇ ਪੰਜਾਬ ਜਾਂ ਫਿਰ ਅਦਰ ਦੈਨ ਪੰਜਾਬ, ਜਿਹੜੇ ਵੀ ਤੁਸੀਂ ਇਲਾਕੇ ਦੇ ਹੈਗੇ ਹੋ ਤੁਸੀਂ ਉਹ ਕਰ ਦਿਓ। ਉਸ ਤੋਂ ਬਾਅਦ ਨੈਸ਼ਨੈਲਿਟੀ ਬਾਈ ਡਿਫਾਲਟ ਇੰਡੀਅਨ ਹੀ ਭਰੀ ਜਾਊਗੀ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੰਪਲੋਇਮੈਂਟ ਸਟੇਟਸ, ਵੀ ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਆ। ਜੇਕਰ ਤੁਸੀਂ ਕਰਤਾ ਨਾਟ ਇੰਪਲੋਇਡ ਤਾਂ ਇਹਨਾਂ ਨੇ ਕੁਝ ਮੰਗਣਾ ਨਹੀਂ, ਬਟ ਜੇ ਤੁਸੀਂ ਕਰਤਾ ਨਾ ਇੰਪਲੋਇਡ ਐਜ਼ ਅ ਟੀਚਰ ਜਾਂ ਫਿਰ ਇੰਪਲੋਇਡ ਅਦਰ ਦੈਨ ਟੀਚਰ ਤਾਂ ਇਹਨਾਂ ਨੇ ਪੁੱਛਣਾ ਆ ਕੀ ਤੁਸੀਂ ਆਪਦੇ ਡਿਪਾਰਟਮੈਂਟ ਤੋਂ ਪਰਮਿਸ਼ਨ ਲਈ ਹੈ। ਜਿਵੇਂ ਮੈਂ ਇੱਥੇ ਇੰਪਲੋਇਡ ਐਜ਼ ਅ ਟੀਚਰ, ਮੇਰੀ ਨੌਕਰੀ ਹੈਗੀ ਟੀਚਰ ਦੀ, ਤੇ ਇਹਨਾਂ ਨੇ ਪੁੱਛਣਾ ਆ ਕਿ ਤੁਸੀਂ ਆਪਦੇ ਡਿਪਾਰਟਮੈਂਟ ਤੋਂ ਪਰਮਿਸ਼ਨ ਲਈ ਹੈ ਇਸ ਪ੍ਰੀਖਿਆ ਨੂੰ ਦੇਣ ਦੇ ਲਈ। ਜੇਕਰ ਲਈ ਹੈ, ਜੇਕਰ ਇੱਥੇ ਮੈਂ ਯੈਸ ਨੋ ਦੀ ਆਪਸ਼ਨ ਆਊਗੀ, ਯੈਸ ਤੇ ਨੋ ਦੀ ਆਊਗੀ। ਜੇ ਮੈਂ ਯੈਸ ਤੇ ਕਲਿੱਕ ਕਰਤਾ ਤੇ ਉਹਨਾਂ ਨੇ ਪੁੱਛਣਾ ਕਿ ਬਈ ਤੁਸੀਂ ਇਹ ਪੇਪਰ ਕਿਉਂ ਦੇਣਾ ਆ, ਰੀਜ਼ਨ ਵਗੈਰਾ ਵੀ ਫਿਰ ਉੱਥੇ ਦੱਸਣਾ ਪੈਣਾ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਲਿਓ। ਜੇਕਰ ਤੁਹਾਡਾ ਕੋਈ ਹੋਰ ਡਿਪਾਰਟਮੈਂਟ ਹੈਗਾ ਫਿਰ ਵੀ ਉਹਨਾਂ ਨੇ ਕਹਿਣਾ ਕਿ ਪਰਮਿਸ਼ਨ ਲਈ ਹੈ ਤੁਸੀਂ, ਸੋ ਇਹ ਗੱਲ ਦਾ ਧਿਆਨ ਰੱਖ ਲਿਓ। ਇੰਪਲੋਇਮੈਂਟ ਸਟੇਟਸ ਦੇ ਵਿੱਚ ਚਲੋ ਮੈਂ ਇੱਥੇ ਨੋਟ ਕਰ ਦੂੰਗਾ, ਜਿਹਦੇ ਕਰਕੇ ਜਿਹੜਾ ਫਾਰਮ ਹੈਗਾ ਜੀ ਛੇਤੀ ਭਰਿਆ ਜਾਊਗਾ। ਸੋ ਇੱਥੇ ਮੈਂ ਨੋਟ ਕਰਤਾ ਕਿ ਮੈਂ ਨਹੀਂ ਕਰ ਰਿਹਾ ਕੰਮ। ਡਿਫਰੈਂਟਲੀ ਏਬਲਡ ਦੇ ਵਿੱਚ ਤੁਸੀਂ ਵੇਖ ਲਿਓ, ਜੋ ਵੀ ਤੁਹਾਡੀ ਸਪੈਸ਼ਲ ਕੈਟਾਗਰੀ ਬਣਦੀ ਹੋਈ ਤੇ ਯੈਸ ਕਰ ਦਿਓ, ਅਦਰਵਾਈਜ਼ ਇੱਥੇ ਮੈਂ ਕਰਤਾ ਜੀ ਨੋ।
नो करन तो बाद ਨੈਕਸਟ ਜਿਹੜਾ ਸਟੈਪ ਹੈਗਾ ਆ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਸਾਰਾ ਕੁਝ ਤੁਸੀਂ ਜੇਕਰ ਫਿਲ ਕਰਤਾ ਫਿਰ ਇੱਥੇ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰਿਓ। ਸੇਵ ਐਂਡ ਕੰਟੀਨਿਊ ਤੋਂ ਜਦੋਂ ਤੁਸੀਂ ਕਲਿੱਕ ਕਰਤਾ ਤਾਂ ਇਹਨਾਂ ਨੇ ਕਹਿਣਾ ਆ ਕਿ ਬਈ ਜੋ ਤੁਸੀਂ ਪਰਸਨਲ ਡਿਟੇਲ ਲਿਖਵਾਈ ਸੀਗੀ ਉਹਨੂੰ ਸੇਵ ਕਰ ਦਿੱਤਾ ਗਿਆ ਹੈ। ਹੁਣ ਮੈਂ ਓਕੇ ਬਟਨ ਤੇ ਕਲਿੱਕ ਕਰ ਦੇਣਾ ਆ। ਓਕੇ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਆਪਦੀ ਜਿਹੜੀ ਵੀ ਕੁਆਲੀਫਿਕੇਸ਼ਨ ਹੈਗੀ ਆ ਤੁਸੀਂ ਉਹ ਜ਼ਰੂਰ ਚੈੱਕ ਕਰ ਲਿਓ। ਹਾਲਾਂਕਿ ਮੈਂ ਸਟਾਰਟਿੰਗ ਦੇ ਵਿੱਚ ਸਾਰੀਆਂ ਗੱਲਾਂ ਤੁਹਾਨੂੰ ਐਕਸਪਲੇਨ ਕਰ ਦਿੱਤੀਆਂ ਸੀਗੀਆਂ। ਤੇ ਹੁਣ ਇੱਥੇ ਆ ਜਾਏਗਾ ਅਪਲਾਈਂਗ ਫॉर, ਵੀ ਤੁਸੀਂ ਕਿਹੜੇ ਪੇਪਰ ਦੇ ਲਈ ਅਪਲਾਈ ਕਰਨੇ ਹੋ ਤੇ ਕੀ ਤੁਹਾਡੇ ਕੋਲ ਸਾਰੀ ਕੁਆਲੀਫਿਕੇਸ਼ਨ ਹੈਗੀ ਆ ਜਿਹੜਾ ਪੇਪਰ ਤੁਸੀਂ ਅਪਲਾਈ ਕਰ ਰਹੇ ਹੋ। ਜਿਵੇਂ ਕਿ ਮੈਂ ਤੁਹਾਨੂੰ ਸਮਝਾਉਣ ਦੇ ਲਈ ਇੱਥੇ ਮੈਂ ਦੋਨੋਂ ਪੇਪਰ ਲਿਖੇ ਹੋਏ ਆ। ਜਿਵੇਂ ਕਿ ਇੱਥੇ ਪੇਪਰ 1 ਜੇਕਰ ਤੁਹਾਡਾ ਈਟੀਟੀ ਕੀਤੀ ਹੋਈ ਆ ਪੇਪਰ 1 ਕਰ ਦਿਓ, ਜੇਕਰ ਤੁਸੀਂ ਬੀਐਡ ਕੀਤੀ ਹੋਈ ਆ ਤਾਂ ਪੇਪਰ 2 ਕਰ ਦਿਓ, ਜੇਕਰ ਤੁਸੀਂ ਈਟੀਟੀ ਐਂਡ ਬੀਐਡ ਦੋਨੋਂ ਕੀਤੀ ਹੋਈ ਆ ਤਾਂ ਤੁਸੀਂ ਦੋਨੋਂ ਹੀ ਕਰ ਦਿਓ। ਠੀਕ ਹੈ ਜੀ। ਜਦੋਂ ਤੁਸੀਂ ਮੈਂ ਕਰਤਾ ਬੋਥ ਪੇਪਰ 1 ਐਂਡ 2, ਠੀਕ ਹੈ ਜੀ, ਮੈਂ ਇੱਥੇ ਦੋਨੋਂ ਸਿਲੈਕਟ ਕਰਤੇ ਆ ਕਿਉਂਕਿ ਮੈਂ ਸਮਝਾਉਣਾ ਆ ਤੁਹਾਨੂੰ ਕਿ ਇਹ ਫਾਰਮ ਤੁਸੀਂ ਭਰਨਾ ਕਿਵੇਂ ਆ। ਸੋ ਪੇਪਰ 1 ਐਂਡ ਪੇਪਰ 2 ਦੋਨੋਂ ਮੈਂ ਫਿਲ ਕਰ ਦਿੱਤੇ ਆ। ਫਿਰ ਇਹ ਮੈਨੂੰ ਪੁੱਛਣਗੇ ਕਿ ਡੂ ਯੂ ਮੀਟ, ਕੀ ਤੁਹਾਡੇ ਕੋਲ ਸਾਰੇ ਕੁਆਲੀਫਿਕੇਸ਼ਨਾਂ ਹੈਗੀਆਂ ਜੋ ਤੁਸੀਂ ਫਾਰਮ ਫਿਲ ਕਰ ਰਹੇ ਹੋ। ਮੈਂ ਬਿਲਕੁਲ ਹੈਗੀਆਂ, ਫਿਰ ਹੀ ਮੈਂ ਫਾਰਮ ਫਿਲ ਕਰ ਰਿਹਾ। ਸੋ ਮੈਂ ਇੱਥੇ ਕਰਤਾ ਜੀ ਯੈਸ। ਯੈਸ ਕਰਨ ਤੋਂ ਬਾਅਦ ਹੁਣ ਮੈਂ ਇੱਥੇ ਮਿਨੀਮਮ ਕੁਆਲੀਫਿਕੇਸ਼ਨ ਫਿਲ ਕਰਨੀ ਆ ਪੇਪਰ 1 ਦੇ ਲਈ। ਪੇਪਰ 1 ਦੇ ਲਈ ਮੰਨ ਲਓ ਜਿਵੇਂ ਕਿ ਮੈਂ ਡੀਐਲਐਡ ਦਾ ਕੋਰਸ ਕੀਤਾ ਹੋਇਆ ਜਿਹੜਾ ਕਿ 2 ਸਾਲਾਂ ਦਾ ਹੁੰਦਾ ਆ। ਇੱਥੇ ਲਿਖਿਆ ਹੋਇਆ ਕਿ ਮੈਂ +2 ਕੀਤੀ ਹੋਈ ਆ, +2 ਕੀਤੀ ਹੋਈ ਆ 45% ਨੰਬਰਾਂ ਦੇ ਨਾਲ ਤੇ ਮੇਰੇ ਕੋਲ 2 ਸਾਲ ਦਾ ਡਿਪਲੋਮਾ ਹੈਗਾ ਆ। ਠੀਕ ਹੈ ਜੀ। ਆ ਮੈਂ ਦੂਸਰੀ ਜਿਹੜੀ ਆਪਸ਼ਨ ਹੈਗੀ ਆ ਨਾ ਮੈਂ ਇਹਦੇ ਤੇ ਕਰਤਾ ਟਿਕ। ਜਦੋਂ ਮੈਂ ਇਸ ਬਟਨ ਦੇ ਉੱਤੇ ਕਲਿੱਕ ਕਰਤਾ ਤੇ ਉਸ ਤੋਂ ਬਾਅਦ ਹੁਣ ਮੇਰੇ ਤੋਂ ਇਹ ਪੇਪਰ 2 ਦਾ ਪੁੱਛੇਗਾ ਕਿ ਦੱਸੋ ਤੁਹਾਡੇ ਕੋਲ ਪੇਪਰ 2 ਦੀ ਕੁਆਲੀਫਿਕੇਸ਼ਨ ਕਿਹੜੀ ਹੈਗੀ ਆ। ਸੋ ਵੈਸੇ ਤਾਂ ਇੱਥੇ ਜਿਹੜਾ 1 ਈਅਰ ਲਿਖਿਆ ਹੋਇਆ ਨਾ ਇਹ ਮੰਨ ਕੇ ਚੱਲੋ ਵੀ ਵੈਸੇ ਤਾਂ ਉਹਨਾਂ ਨੂੰ 2 ਈਅਰ ਲਿਖਣਾ ਚਾਹੀਦਾ ਸੀਗਾ, ਬਟ ਇਸ ਗੱਲ ਨੂੰ ਤੁਸੀਂ ਇਗਨੋਰ ਕਰਿਓ ਐਂਡ ਇਹ ਗੱਲ ਮੈਟਰ ਵੀ ਨਹੀਂ ਕਰਦੀ। ਸੋ ਇੱਥੇ ਮੈਂ ਕੀ ਕਰਤਾ ਆ, ਫਿਰ ਇੱਥੇ ਮੈਂ ਆ ਜਿਹੜੀ ਆਪਸ਼ਨ ਤੀਜੀ ਵਿਖ ਰਹੀ ਆ ਕਿ ਬਈ ਮੈਂ BA ਜਾਂ ਫਿਰ ਗ੍ਰੈਜੂਏਸ਼ਨ ਕੀਤੀ ਹੋਈ ਆ 45% ਨੰਬਰਾਂ ਦੇ ਨਾਲ ਤੇ ਮੈਂ ਜਿਹੜਾ ਬੀਐਡ ਦਾ ਜਿਹੜਾ ਕੋਰਸ ਹੈਗਾ ਆ ਉਹ ਮੇਰਾ ਪੂਰਾ ਆ ਜਾਂ ਫਿਰ ਮੈਂ ਕਰ ਰਿਹਾ। ਸੋ ਇਹ ਮੈਂ ਇੱਥੇ ਕਲਿੱਕ ਕਰਤਾ ਆ। ਇੱਥੇ ਮੈਂ ਟਿਕ ਕਰਤਾ। ਆਪਸ਼ਨ ਨੰਬਰ 3 ਤੇ ਕਲਿੱਕ ਕਰ ਦਿਓ। ਜੇਕਰ ਤੁਹਾਡਾ 4 ਸਾਲਾਂ ਦਾ ਕੋਰਸ ਹੈਗਾ ਆ ਤੇ ਸੈਕੰਡ ਲਾਸਟ ਜਿਹੜੀ ਆਪਸ਼ਨ ਹੈਗੀ ਜੀ ਤੁਸੀਂ ਉਹਦੇ ਤੇ ਵੀ ਕਲਿੱਕ ਕਰ ਸਕਦੇ ਹੋ। ਸੋ ਮੈਂ ਥਰਡ ਆਪਸ਼ਨ ਤੇ ਇੱਥੇ ਟਿਕ ਕਰਤਾ ਆ। ਥਰਡ ਆਪਸ਼ਨ ਤੇ ਟਿਕ ਕਰਨ ਤੋਂ ਬਾਅਦ ਹੁਣ ਮੈਨੂੰ ਇਹ ਪੁੱਛਣਗੇ ਆ ਜਿਹੜੀ ਆਪਸ਼ਨ ਵੇਖ ਰਹੇ ਹੋ ਤੁਸੀਂ ਇੱਥੇ ਲਿਖਿਆ ਹੋਇਆ ਨਾ ਸਿਲੈਕਟ ਸਬਜੈਕਟ, ਕਿ ਤੁਹਾਡਾ ਸਬਜੈਕਟ ਕਿਹੜਾ ਆ ਪੇਪਰ 2 ਦੇ ਲਈ। ਸੋ ਇੱਥੇ ਕਾਫੀ ਸਾਰੇ ਸਬਜੈਕਟਸ ਨੇ ਜੀ, ਜਿਵੇਂ ਕਿ ਮੈਥ ਸਾਇੰਸ। ਜੇ ਕੋਈ ਮੈਥ ਦਾ ਟੀਚਰ ਬਣਨਾ ਚਾਹੁੰਦਾ ਆ ਨਾ ਤੇ ਉਹਨੂੰ ਕੀ ਕਰਨਾ ਪੈਣਾ ਆ, ਜਿਵੇਂ ਕਿ ਕਈ ਆਰਟਸ ਵਾਲੇ ਸਟੂਡੈਂਟ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਰ ਅਸੀਂ ਮੰਨ ਲਓ ਪੰਜਾਬੀ ਦੇ ਟੀਚਰ ਬਣਨਾ ਆ ਤੇ ਕੀ ਜ਼ਰੂਰੀ ਆ ਕਿ ਸਰ ਅਸੀਂ ਮੈਥ ਸਾਇੰਸ ਹੀ ਰੱਖੀਏ ਜਾਂ ਫਿਰ ਕੀ ਅਸੀਂ ਮੈਥ ਸਾਇੰਸ ਜੇਕਰ ਰੱਖ ਲਵਾਂਗੇ ਤੇ ਅਸੀਂ ਫਿਰ ਵੀ ਪੰਜਾਬੀ ਦੇ ਟੀਚਰ ਜਾਂ ਫਿਰ ਇੰਗਲਿਸ਼ ਦੇ ਟੀਚਰ ਬਣ ਸਕਦੇ ਹਾਂ ਜੇਕਰ ਸਾਡੇ ਕੋਲ ਸਾਰੀਆਂ ਕੁਆਲੀਫਿਕੇਸ਼ਨਾਂ ਪੂਰੀਆਂ ਹੈਗੀਆਂ। ਸੋ ਬਿਲਕੁਲ ਬਣ ਸਕਦੇ ਹੋ। ਮੈਥ ਸਾਇੰਸ ਟੀਚਰ ਦੇ ਬਣਨ ਦੇ ਲਈ ਤੁਹਾਨੂੰ ਮੈਥ ਸਾਇੰਸ ਪਾਸ ਕਰਨਾ ਪੈਣਾ ਆ। SST ਟੀਚਰ ਬਣਨ ਦੇ ਲਈ ਤੁਹਾਨੂੰ SST ਦਾ ਕੰਬੀਨੇਸ਼ਨ ਪਾਸ ਕਰਨਾ ਪੈਣਾ ਆ। ਇਹੀ ਸੇਮ ਚੀਜ਼ਾਂ ਲਾਗੂ ਹੋਣਗੀਆਂ ਆਰਟ ਐਂਡ ਕਰਾਫਟ, ਫਿਜ਼ੀਕਲ ਐਜੂਕੇਸ਼ਨ, ਹੋਮ ਸਾਇੰਸ, ਉਰਦੂ, ਮਿਊਜ਼ਿਕ ਤੇ ਸੰਸਕ੍ਰਿਤ ਵਾਲੇ ਸਬਜੈਕਟ ਦੇ ਲਈ। ਸੋ ਇਹਦਾ ਤੁਸੀਂ ਧਿਆਨ ਰੱਖ ਲਿਓ। ਬਾਕੀ ਮੰਨ ਲਓ ਜੇ ਕੋਈ ਇੰਗਲਿਸ਼ ਟੀਚਰ ਬਣਨਾ ਚਾਹੁੰਦਾ ਆ, ਪੰਜਾਬੀ ਟੀਚਰ ਬਣਨਾ ਚਾਹੁੰਦਾ ਆ, ਸੋ ਇਹ ਗੱਲ ਨਹੀਂ ਮੈਟਰ ਕਰਦੀ, ਤੁਹਾਡਾ ਬਸ PS ਟੈਟ ਦਾ ਸਰਟੀਫਿਕੇਟ ਪਾਸ ਹੋਣਾ ਚਾਹੀਦਾ ਆ। ਸੋ ਇੰਨੀ ਗੱਲ ਸਮਝ ਲੱਗ ਗਈ। ਸੋ ਮੈਂ ਇੱਥੇ ਟਿਕ ਕਰਤਾ ਆ ਜੀ SST ਨੂੰ, ਕਿਉਂਕਿ ਮੈਂ BA ਕੀਤੀ ਹੋਈ ਆ, ਆਰਟਸ ਦਾ ਸਟੂਡੈਂਟ ਹੈਗਾ ਆ। ਸੋ ਮੈਂ ਇੱਥੇ ਜਿਓਗ੍ਰਾਫੀ, ਇਕਨੋਮਿਕਸ ਵਰਗੇ ਸਬਜੈਕਟ ਪੜ੍ਹੇ ਹੋਣ ਕਰਕੇ BEd ਵਿੱਚ ਵੀ SST ਪੜ੍ਹੀ ਹੋਈ ਸੀ, ਇਸ ਕਰਕੇ ਮੈਂ SST ਵਾਲੇ ਬਟਨ ਤੇ ਕਲਿੱਕ ਕਰਤਾ। SST ਤੇ ਜਦੋਂ ਕਲਿੱਕ ਕਰਤਾ ਹੁਣ ਮੈਂ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰਨਾ ਆ। ਸੇਵ ਐਂਡ ਕੰਟੀਨਿਊ ਤੋਂ ਜਦੋਂ ਮੈਂ ਕਲਿੱਕ ਕੀਤਾ ਇੱਥੇ ਆ ਜਾਏਗਾ ਕਿ ਬਈ ਅਪਲਾਈ ਫਾਰ ਪੇਪਰ ਸੇਵ ਸਕਸੈਸਫੁਲੀ, ਕਿ ਜਿਹੜੇ ਤੁਸੀਂ ਪੇਪਰ ਨੂੰ ਅਪਲਾਈ ਕਰ ਰਹੇ ਹੋ ਉਹ ਭਰਿਆ ਗਿਆ ਆ। ਸੋ ਮੈਂ ਇੱਥੇ ਕਰ ਦੂੰਗਾ ਜੀ ਓਕੇ ਦੇ ਬਟਨ ਤੇ ਕਲਿੱਕ। ਓਕੇ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਹੁਣ ਤੁਹਾਡੇ ਤੋਂ ਇਹ ਕੁਆਲੀਫਿਕੇਸ਼ਨਾਂ ਪੁੱਛਣਗੇ ਜੋ ਤੁਸੀਂ ਪਹਿਲਾਂ ਭਰੀਆਂ ਸੀਗੀਆਂ, ਕਿ ਜੇਕਰ ਮੈਂ ਪੇਪਰ 1 ਦੇ ਰਿਹਾ ਤੇ ਕੀ ਮੇਰੇ ਕੋਲ ਪੇਪਰ 1 ਅਤੇ ਪੇਪਰ 2 ਦੀਆਂ ਸਾਰੀ ਕੁਆਲੀਫਿਕੇਸ਼ਨਾਂ ਹੈਗੀਆਂ। ਬਿਲਕੁਲ ਹੈਗੀਆਂ। ਜਿਵੇਂ ਕਿ ਇੱਥੇ ਸਟਰੀਮ ਲਿਖੀ ਹੋਈ ਹੈ ਕਿ ਤੁਸੀਂ ਕਿਹੜੀ ਕਲਾਸ ਪਾਸ ਕੀਤੀ ਹੋਈ ਹੈ, BA ਤੋਂ ਕੀਤੀ ਹੈ, ਆਰਟਸ ਤੋਂ ਕੀਤੀ ਹੈ, ਕਮਰਸ ਤੋਂ ਕੀਤੀ ਹੈ, ਇਹ ਪੁੱਛਣਗੇ। ਸੋ ਇੱਥੇ ਫਿਰ ਬਾਅਦ ਵਿੱਚ ਬੋਰਡ ਵੀ ਦੱਸਣਾ ਪੈਣਾ ਆ, ਪੰਜਾਬ ਬੋਰਡ ਸੀਗਾ, CBSE ਬੋਰਡ ਸੀ, ਹਿਮਾਚਲ ਬੋਰਡ ਸੀ, ਕਿਹੜਾ ਬੋਰਡ ਸੀਗਾ। ਫਿਰ ਤੁਹਾਡੇ ਜਿਹੜੇ ਪਰਸੈਂਟੇਜ ਲੱਗੇ ਹੋਏ ਆ ਕੀ ਉਹ CGPA ਹੈਗਾ ਆ ਜਾਂ ਫਿਰ ਪਰਸੈਂਟੇਜ ਵਿੱਚ ਹੈਗਾ ਆ। ਫਿਰ ਇੱਥੇ ਪਾਸਿੰਗ ਈਅਰ ਤੁਹਾਨੂੰ ਦੱਸਣਾ ਪੈਣਾ ਆ ਵੀ ਪਾਸ ਕਦੋਂ ਕੀਤਾ ਗਿਆ, ਕਿੰਨੇ ਨੰਬਰਾਂ ਵਿੱਚੋਂ ਕਿੰਨੇ ਨੰਬਰ ਆਏ ਨੇ,
ਕਿੰਨੇ ਨੰਬਰ ਇਹ ਟੋਟਲ ਹੈਗੇ ਆ। ਜਿਵੇਂ ਕਿ ਮੰਨ ਲਓ ਮੇਰਾ ਪੇਪਰ ਸੀਗਾ 500 ਨੰਬਰ ਦਾ ਤੇ ਮੇਰੇ ਇੱਥੇ ਕਿੰਨੇ ਆਏ ਹੈਗੇ ਆ 351 ਨੰਬਰ ਆਏ ਆ। ਸੋ ਇੰਨੀ ਗੱਲ ਇੱਥੇ ਆਪਾਂ ਲਿਖ ਦੇਣੀ ਹੈ। ਕਦੋਂ ਪਾਸ ਕੀਤੀ ਮੈਂ 12ਵੀਂ 2015 ਵਿੱਚ ਕੀਤੀ ਆ। ਭਰਿਆ ਹੋਇਆ ਮੈਂ ਉਹ ਵੀ ਵਿਖਾਊਂਗਾ ਤੁਹਾਨੂੰ। ਫਿਰ ਇਹ ਗ੍ਰੈਜੂਏਸ਼ਨ ਪੁੱਛਣਗੇ। ਗ੍ਰੈਜੂਏਸ਼ਨ ਵਿੱਚ ਮੈਂ BA ਕੀਤੀ ਹੋਈ ਹੈ। ਕਿਹੜੀ ਯੂਨੀਵਰਸਿਟੀ ਸੀਗੀ ਮੇਰੀ? ਸੀਗੀ ਜੀ ਪੰਜਾਬ। ਮੈਂ ਇੰਗਲਿਸ਼ 'ਚ ਲਿਖ ਦੇਣਾ ਕਿਉਂਕਿ ਪੰਜਾਬੀ ਦੀ ਉੱਤੇ ਤਾਂ ਆਪਸ਼ਨ ਹੈ ਨਹੀਂ ਗੀ। ਪੰਜਾਬ ਯੂਨੀਵਰਸਿਟੀ, ਇਹ ਮੈਂ ਤੁਹਾਨੂੰ ਵੈਸੇ ਸਮਝਾਉਣ ਲਈ ਲਿਖਤਾ ਆ। ਪਰਸੈਂਟੇਜ ਹੈਗੀ ਸੀਗੀ ਜੀ। ਕਦੋਂ ਪਾਸ ਕੀਤੀ ਹੈ? 2018 ਵਿੱਚ ਮੈਂ ਆਪਦੀ ਜਿਹੜੀ BA ਹੈਗੀ ਆ ਪਾਸ ਕੀਤੀ ਹੈ। ਕਿੰਨੇ ਨੰਬਰ ਸੀਗੇ ਜੀ? ਮੇਰੇ ਸੀਗੇ ਜੀ 14 ਕਿੰਨਿਆਂ 'ਚੋਂ ਸੀਗੇ? 2400 ਦੇ ਵਿੱਚੋਂ। 2400 ਦੇ ਵਿੱਚੋਂ ਮੇਰੇ ਸੀਗੇ 1466 ਮੰਨ ਲਓ ਮੇਰੇ ਇੱਥੇ ਨੰਬਰ ਹੈਗੇ ਸੀਗੇ। ਤੇ ਇਸ ਤੋਂ ਬਾਅਦ ਇਹ ਮੈਨੂੰ ਪੁੱਛਣਗੇ ਜਿਵੇਂ ਕਿ ਡਿਪਲੋਮਾ ਜਿਹੜੀ ਹੈਗੀ ਆ ਨਾ ETT ਦੀ ਇੱਥੇ ਕੁਆਲੀਫਿਕੇਸ਼ਨ ਪੁੱਛੀ ਹੋਈ ਆ। ਡਿਗਰੀ ਇਹ ਹੈਗੀ ਆ ਜੀ ਮੇਰੀ B.Ed ਦੀ ਕੁਆਲੀਫਿਕੇਸ਼ਨ ਪੁੱਛੀ ਹੋਈ ਆ। ਪੇਪਰ 1 ਦੇ ਲਈ ਆ ਹੈਗੀ ਆ, ਪੇਪਰ 2 ਦੇ ਲਈ ਆ ਹੈਗੀ ਆ। ਤੇ ਨੇਮ ਆਫ ਡਿਗਰੀ ਕੀ ਹੈ? ਮੰਨ ਲਓ ਮੈਂ ETT ਕੀਤੀ ਸੀਗੀ, ETT ਕੀਤੀ ਸੀ, ETT ਲਿਖ ਦਿਓ। ਜਾਂ ਫਿਰ ਜੇ ਤੁਸੀਂ DLED ਲਿਖਣਾ ਆ ਤੇ DLED ਲਿਖ ਦਿਓ। ਇੱਥੇ ਤੁਸੀਂ B.Ed ਲਿਖਦੇ ਹੋ। ਇੰਨੀ ਗੱਲ ਪਤਾ ਲੱਗ ਗਈ। ਫਿਰ ਕਾਲਜ ਯੂਨੀਵਰਸਿਟੀ ਲਿਖ ਦਿਓ। ਡਿਪਲੋਮਾ ਦੇ ਵਿੱਚ ਤੁਸੀਂ SCERT ਉਹਨਾਂ ਦੁਆਰਾ ਕੋਰਸ ਕਰਵਾਇਆ ਜਾਂਦਾ। ਤੇ ਇੱਥੇ ਡਿਗਰੀ ਕਿਹੜੀ ਕੀਤੀ ਸੀਗੀ? ਮੈਂ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈਗੀ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ। ਪਾਸਿੰਗ ਈਅਰ ਲਿਖ ਦਿਓ। ਮੰਨ ਲਓ ਕਿ ਮੈਂ ਮੰਨ ਕੇ ਚੱਲਦਾ ਆ ਕਿ ਮੇਰਾ ਜਿਹੜਾ ਡਿਪਲੋਮਾ ਦਾ ਕੋਰਸ ਹੈਗਾ ਆ ਇਹ ਕੰਪਲੀਟ ਹੋਣਾ ਆ 2025 'ਚ ਕੰਪਲੀਟ ਹੋਊਗਾ। ਮੈਂ ਲਿਖਤਾ, ਠੀਕ ਆ। ਇੰਨੀ ਗੱਲ ਖਤਮ ਹੋ ਗਈ। ਇੱਥੇ ਰਿਜ਼ਲਟ ਕੀ ਲਿਖਾਂ ਜੀ ਮੈਂ ਇੱਥੇ? ਜਿਵੇਂ ਕਿ ਮੈਂ ਤੁਹਾਨੂੰ ਵਿਖਾ ਦਿੰਦਾ ਆ। ਇੱਥੇ ਪਹਿਲਾਂ ਦੇਖ ਲਓ ਤੁਸੀਂ ਆਰਟਸ, ਕਮਰਸ, ਸਾਇੰਸ ਤੇ ਆਹ ਸਾਰੀਆਂ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਜਿਵੇਂ ਆਹ ਫਾਰਮ ਮੈਂ ਤੁਹਾਨੂੰ ਭਰ ਕੇ ਦਿਖਾਇਆ ਨਾ, ਜਿਵੇਂ ਇੱਥੇ ਬੋਰਡ ਦੀ ਮੈਂ ਗੱਲ ਕਰ ਰਿਹਾ ਸੀਗਾ। ਸੋ ਜਿਵੇਂ ਕਿ ਇੱਥੇ ਥੱਲੇ ਸਕਰੋਲ ਕਰਦੇ ਹੋ PSCB ਬੋਰਡ ਵੀ ਹੈਗਾ ਆ। ਸੋ ਆਹ ਸਾਰੀਆਂ ਚੀਜ਼ਾਂ ਸੀਗੀਆਂ। ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਡਿਪਲੋਮਾ। ਜੇਕਰ ਮੈਂ ਡਿਪਲੋਮਾ ਤੇ ਟਿਕ ਕੀਤਾ, ETT DLED ਮੈਂ ਇੱਥੇ ਫਿਲ ਕਰਤੀ, SCERT ਫਿਲ ਕਰਤਾ। ਕਦੋਂ ਪਾਸ ਕੀਤਾ ਆ? ਮੰਨ ਲਓ ਕਿ 2022 ਵਿੱਚ ਪਾਸ ਕਰਨਾ ਆ ਜਾਂ ਫਿਰ 2025 ਵਿੱਚ ਮੈਂ ਪਾਸ ਕਰੂੰਗਾ। ਤੁਸੀਂ ਜੋ ਵੀ ਸਮਝ ਲਓ ਉਸ ਅਕੋਰਡਿੰਗ। ਤੇ ਮੈਂ ਇੱਥੇ ਰਿਜ਼ਲਟ ਵਿੱਚ ਕੀ ਫਿਲ ਕਰੂੰਗਾ? ਇੱਥੇ ਰਿਜ਼ਲਟ ਵਿੱਚ ਮੰਨ ਲਓ ਕਿ ਮੈਂ ਅਜੇ ਪਾਸ ਕਰਨਾ ਆ 2025 ਦੇ ਵਿੱਚ। 2025 ਦੇ ਵਿੱਚ ਮੰਨ ਲਓ ਮੇਰਾ DLED ਦਾ ਕੋਰਸ ਹੋਊਗਾ ਕੰਪਲੀਟ। ਤੇ ਮੈਂ ਜਦੋਂ ਇੱਥੇ ਪਰਸੂਇੰਗ ਤੇ ਕਲਿੱਕ ਕਰਤਾ ਨਾ ਤੇ ਇਹਨਾਂ ਨੇ ਫਿਰ ਮੇਰੇ ਤੋਂ ਨੰਬਰ ਨਹੀਂ ਪੁੱਛਣੇ। ਆਹ ਵੇਖੋ ਮੈਂ ਇੱਥੇ ਪਾਸਿੰਗ ਈਅਰ ਚੇਂਜ ਕਰਤਾ ਆ 2025 ਲਿਖਤਾ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪੁੱਛਣਾ ਹੀ ਨਹੀਂ ਤੁਹਾਡਾ ਰਿਜ਼ਲਟ ਕੀ ਹੈਗਾ ਆ। ਮਤਲਬ ਰਿਜ਼ਲਟ ਵਿੱਚ ਜਦੋਂ ਮੈਂ ਭਰਤਾ ਨਾ ਪਰਸੂਇੰਗ ਤੇ ਇਹਨਾਂ ਨੇ ਮੇਰੇ ਤੋਂ ਫਿਰ ਨੰਬਰ ਨਹੀਂ ਪੁੱਛਣੇ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੋ ਗਈ। ਹੁਣ ਮੈਂ ਡਿਗਰੀ ਤੇ ਕਲਿੱਕ ਕਰ ਦਿੰਦਾ ਆ। ਡਿਗਰੀ ਤੇ ਜਦੋਂ ਕਲਿੱਕ ਕੀਤਾ ਹੁਣ ਇਹਨਾਂ ਨੇ ਜਿਵੇਂ ਕਿ ਪੁੱਛਿਆ ਕਿ ਬਈ ਕੀ ਹੈਗਾ ਆ। ਮੈਂ B.Ed ਭਰਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਭਰਤਾ ਆ। ਪਾਸਿੰਗ ਈਅਰ ਕੀ ਸੀਗਾ ਜੀ? ਪਾਸਿੰਗ ਈਅਰ ਜਿਵੇਂ ਕਿ ਮੈਂ 2020 ਵਿੱਚ ਆਪਦੀ B.Ed ਪਾਸ ਕੀਤੀ ਹੋਈ ਹੈ ਤੇ ਮੈਂ ਇੱਥੇ ਪਾਸ ਕਰਤਾ। ਤੇ ਪਰਸੈਂਟੇਜ ਕਿੰਨੀ ਸੀਗੀ? ਜਿਵੇਂ ਕਿ ਮੇਰੇ 81% ਸੀਗੇ ਤੇ ਮੈਂ ਇੱਥੇ 81 ਲਿਖ ਦਿੱਤਾ ਆ। ਜਦੋਂ ਤੁਸੀਂ ਇਹ ਸਾਰਾ ਕੰਮ ਕਰ ਲਿਆ ਹੁਣ ਤੁਸੀਂ ਸੇਵ ਐਂਡ ਕੰਟੀਨਿਊ ਬਟਨ ਤੇ ਕਲਿੱਕ ਕਰ ਦਿਓ। ਸੇਵ ਐਂਡ ਕੰਟੀਨਿਊ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਹੁਣ ਇਹ ਆ ਜਾਏਗਾ ਇੱਥੇ ਲਿਖਿਆ ਹੋਇਆ ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਡਿਟੇਲ ਹੈਗੀ ਆ ਨਾ ਉਹ ਸਾਰੀ ਸੇਵ ਹੋ ਚੁੱਕੀ ਹੈ। ਜੋ ਸਾਰੀ ਕੁਆਲੀਫਿਕੇਸ਼ਨ ਡਿਟੇਲ ਸੇਵ ਹੋ ਚੁੱਕੀ ਹੈ ਤੇ ਹੁਣ ਮੈਂ ਓਕੇ ਬਟਨ ਤੇ ਕਲਿੱਕ ਕਰ ਦਿੰਦਾ ਆ। ਜਦੋਂ ਮੈਂ ਓਕੇ ਬਟਨ ਤੇ ਕਲਿੱਕ ਕੀਤਾ ਹੁਣ ਇਹ ਮੈਨੂੰ ਕਹਿ ਰਿਹਾ ਕਿ ਤੁਸੀਂ ਆਪਦੀ ਫੋਟੋ ਅਪਲੋਡ ਕਰੋ, ਸਿਗਨੇਚਰ ਅਪਲੋਡ ਕਰੋ। ਤੇ ਜਦੋਂ ਮੈਂ ਕੀ ਕਰੂੰਗਾ ਹੁਣ ਮੈਂ ਨਾ ਇਸ ਬਟਨ ਤੇ ਕਲਿੱਕ ਕਰੂੰਗਾ। ਤੇ ਨਾਲੇ ਇੱਕ ਗੱਲ ਦਾ ਧਿਆਨ ਰੱਖਿਓ ਤੁਹਾਡੀ ਫੋਟੋ 5 ਤੋਂ ਲੈ ਕੇ 50 KB ਦੇ ਵਿੱਚ ਹੋਣੀ ਚਾਹੀਦੀ ਹੈ। JPG, JPEG ਜਾਂ ਫਿਰ PNG ਫਾਰਮ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਮੰਨ ਲਓ ਤੁਹਾਡੇ ਕੋਲ ਕੋਈ 250 KB ਦੀ ਫੋਟੋ ਹੈਗੀ ਆ, ਤੁਸੀਂ ਉਹਨੂੰ ਛੋਟਾ ਕਰਨਾ ਆ ਤੇ ਗੂਗਲ ਤੇ ਸਰਚ ਕਰਿਓ ਰਿਡਿਊਸ ਇਮੇਜ ਸਾਈਜ਼। ਰਿਡਿਊਸ ਇਮੇਜ ਸਾਈਜ਼ ਤੇ ਜਦੋਂ ਤੁਸੀਂ ਕਲਿੱਕ ਕਰਤਾ ਉੱਥੇ ਤੁਸੀਂ ਫੋਟੋ ਅਪਲੋਡ ਕਰਿਓ ਤੇ ਉੱਥੇ ਉਹਨਾਂ ਨੇ ਸਾਈਜ਼ ਨੂੰ ਰਿਡਿਊਸ ਕਰ ਦੇਣਾ ਆ। ਸੋ ਇਹ ਗੱਲ ਤੁਸੀਂ ਸਮਝ ਗਏ ਹੋਣੇ ਆ। ਤੇ ਇੱਥੇ ਜਦੋਂ ਮੈਂ ਚੂਜ਼ ਫਾਈਲ ਤੇ ਕਲਿੱਕ ਕੀਤਾ ਇੱਥੇ ਜਿਹੜੀ ਵੀ ਫੋਟੋ ਆਈ ਮੈਂ ਅਪਲੋਡ ਕਰਤੀ। ਤੇ ਇਸੇ ਤਰ੍ਹਾਂ ਹੀ ਜਿਹੜਾ ਸਿਗਨੇਚਰ ਸੀਗਾ ਜੀ, ਸਿਗਨੇਚਰ ਅਪਲੋਡ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਤੁਹਾਡੀ ਫੋਟੋ ਜਿਹੜੀ ਹੈਗੀ ਆ ਜੀ ਸ਼ੋ ਹੋਏਗੀ, ਤੁਹਾਡੇ ਸਿਗਨੇਚਰ ਸ਼ੋ ਹੋਣਗੇ। ਐਂਡ ਉਸ ਤੋਂ ਬਾਅਦ ਮੈਂ ਸੇਵ ਐਂਡ ਕੰਟੀਨਿਊ ਬਟਨ ਤੇ ਕਲਿੱਕ ਕਰ ਦਊਂਗਾ। ਜਦੋਂ ਮੈਂ ਇਸ ਬਟਨ ਦੇ ਉੱਤੇ ਕਲਿੱਕ ਕੀਤਾ ਤੇ ਇਹਨਾਂ ਨੇ ਕਹਿ ਦਿੱਤਾ ਕਿ ਵੀ ਤੁਹਾਡੀ ਜਿਹੜੀ ਫੋਟੋ ਐਂਡ ਸਿਗਨੇਚਰ ਸੀਗੇ ਜੀ ਅਪਲੋਡ ਹੋ ਚੁੱਕੇ ਆ। ਐਂਡ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਹਿਣਾ ਆ ਵੀ ਦੱਸੋ ਆ ਸਾਰਾ ਕੁਝ ਜੋ ਵੀ ਸੀਗਾ ਕਿ ਵੀ ਆਈ ਹੇਅਰ ਬਾਏ ਡਿਕਲੇਅਰ ਮੈਂ ਕਰ ਰਿਹਾ ਸਾਰਾ ਕੁਝ ਕਿ ਜੋ ਕੁਝ ਮੈਂ ਇਸ ਐਪਲੀਕੇਸ਼ਨ ਫਾਰਮ ਦੇ ਵਿੱਚ ਤੁਹਾਨੂੰ ਦੱਸਿਆ ਆ ਸਾਰਾ ਕੁਝ ਸਹੀ ਹੈ। ਵੀ ਹੁਣ ਕੋਈ ਇਹਦੇ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ। ਜੇਕਰ ਮੈਂ ਕੋਈ ਗਲਤੀ ਕਰਦਾ ਆ ਤਾਂ ਮੇਰੇ ਖਿਲਾਫ ਜਿਹੜੀ ਵੀ ਕਾਰਵਾਈ ਹੈਗੀ ਆ ਜੀ, ਜੋ ਕੁਝ ਵੀ ਹੈਗਾ ਆ ਵੀ ਉਹ ਮੇਰੇ ਖਿਲਾਫ ਕੀਤਾ ਜਾਵੇ। ਇੱਥੇ ਮਤਲਬ ਇੰਨੀਆਂ ਗੱਲਾਂ ਇੱਥੇ ਇਹਨਾਂ ਵੱਲੋਂ ਲਿਖੀਆਂ ਹੁੰਦੀਆਂ ਨੇ। ਜਦੋਂ ਤੁਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਤਾ, ਇਸ ਬਟਨ ਤੇ ਜਦੋਂ ਤੁਸੀਂ ਕਲਿੱਕ ਕਰਤਾ ਤੇ ਫਿਰ ਤੁਹਾਡੇ ਸਾਹਮਣੇ ਕੁਝ ਤੁਹਾਡਾ ਸਾਰਾ ਫਾਰਮ ਓਪਨ ਹੋ ਜਾਣਾ ਆ। ਤੁਹਾਡਾ ਸਾਰਾ ਫਾਰਮ ਓਪਨ ਹੋ ਜਾਏਗਾ। ਜਿਹੜੀ ਵੀ ਡਿਟੇਲ ਤੁਸੀਂ ਫਿਲ ਕੀਤੀ ਸੀ ਨਾ ਉਹ ਸਾਰਾ ਕੁਝ ਤੁਹਾਨੂੰ ਇਸ PDF ਦੇ ਵਿੱਚ ਇਸ ਫਾਰਮ ਦੇ ਵਿੱਚ ਸ਼ੋ ਹੋਏਗਾ। ਐਂਡ ਤੁਹਾਨੂੰ ਕਿਹਾ ਜਾਏਗਾ ਕਿ ਬਈ ਤੁਸੀਂ ਹੁਣ ਪ੍ਰੋਸੀਡ ਫॉर ਪੇਮੈਂਟ ਐਂਡ ਡਿਕਲੇਰੇਸ਼ਨ
ਕਿ ਇੱਥੇ ਤੁਸੀਂ ਪੇਮੈਂਟ ਜਾਂ ਫਿਰ ਡਿਕਲੇਰੇਸ਼ਨ ਬਟਨ ਤੇ ਕਲਿੱਕ ਕਰਿਓ। ਵੈਸੇ ਮੈਂ ਇੱਕ ਸਟੈਪ ਅੱਗੇ ਆ ਗਿਆ, ਇਸ ਬਟਨ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਪੇਜ ਓਪਨ ਹੋਣਾ ਸੀਗਾ, ਬਟ ਚਲੋ ਕੋਈ ਗੱਲ ਨਹੀਂ, ਇਹ ਤਾਂ ਬੇਸਿਕ ਜੀ ਜਾਣਕਾਰੀ ਸੀਗੀ, ਇਹ ਤਾਂ ਤੁਸੀਂ ਕਰ ਹੀ ਲਓਗੇ। ਸੋ ਜਦੋਂ ਤੁਸੀਂ ਬਟਨ ਤੇ ਕਲਿੱਕ ਕਰਤਾ, ਤੁਹਾਡੇ ਸਾਹਮਣੇ ਫਿਰ ਫੀਸ ਪੇ ਦੀ ਆਪਸ਼ਨ ਆਊਗੀ। ਜਦੋਂ ਮੈਂ ਇੱਥੇ ਕਲਿੱਕ ਕੀਤਾ ਨਾ, ਇੱਥੇ ਕਲਿੱਕ ਕਰਨ ਤੋਂ ਬਾਅਦ ਵੀ ਇੱਥੇ ਜਿੰਨੀ ਫੀਸ ਹੋਏਗੀ ਜੀ ਫੀਸ ਕੈਲਕੂਲੇਟ ਹੋ ਜਾਣੀ ਆ, ਤੇ ਇੱਥੇ ਤੁਸੀਂ ਪੇਮੈਂਟ ਬਟਨ ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤੇ ਅੱਗੇ ਫਿਰ ਉਹੀ ਕਾਰਡ ਡਿਟੇਲ ਜਾਂ ਫਿਰ ਸਕੈਨ ਜਾਂ ਫਿਰ ਜੀਪੇ ਵਗੈਰਾ ਦੀ ਆਪਸ਼ਨ ਆ ਜਾਣੀ ਆ। ਜਦੋਂ ਤੁਸੀਂ ਪੇਮੈਂਟ ਕਰਤੀ, ਤੁਸੀਂ ਆਪ ਦਾ ਜਿਹੜਾ ਫਾਰਮ ਹੈਗਾ ਜੀ ਉਹ ਤੁਸੀਂ ਪ੍ਰਿੰਟ ਕਰ ਸਕਦੇ ਹੋ। ਬਾਕੀ ਮੈਨੂੰ ਲੱਗਦਾ ਵੀ ਮੈਂ ਸਾਰੀ ਜਾਣਕਾਰੀ A to Z ਸਟੈਪ ਬਾਏ ਸਟੈਪ ਸਾਰਾ ਕੁਝ ਬੜੇ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਤਰੀਕੇ ਨਾਲ ਸਮਝ ਲੱਗੀ ਹੈ ਤਾਂ ਵੀਡੀਓ ਨੂੰ ਜਿਹੜਾ ਲਾਈਕ ਕਰਨ ਦਾ ਜਿਹੜਾ ਫਰਜ਼ ਹੈਗਾ ਜੀ ਉਹ ਤੁਹਾਡਾ ਬਣਦਾ ਆ। ਬਾਕੀ ਤੁਹਾਡੇ ਨਾਲ ਦਾ ਸਾਥੀ ਕੋਈ ਵੀ ਹੋਵੇ ਜਿਹੜਾ ਕਿ PS ਟੈਟ ਦਾ ਪੇਪਰ ਦੇਣ ਜਾ ਰਿਹਾ, ਉਹਨਾਂ ਸਾਥੀਆਂ ਨੂੰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਵੇ, ਉਹ ਥੋੜੇ ਜਿਹੇ ਅਵੇਅਰ ਹੋਣ ਤੇ ਆਪਦੇ ਫਾਰਮ ਨੂੰ ਫਿਲ ਕਰਦੇ ਹੋਏ ਕੋਈ ਗਲਤੀ ਮਿਸਟੇਕ ਨਾ ਕਰਨ। ਬਾਕੀ ਦੋਸਤੋ, ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀ ਪ੍ਰੋਵਾਈਡ ਕਰਾਉਂਦੇ ਰਵਾਂਗੇ, ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ ਤੁਹਾਡੇ ਲਈ, ਐਂਡ ਬੈਲ ਆਈਕਨ ਨੂੰ ਪ੍ਰੈਸ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਕਈ ਵਾਰ ਮੈਂ ਵੀਡੀਓ ਅਪਲੋਡ ਕਰਿਆ ਕਰੂੰਗਾ ਤੇ ਤੁਹਾਨੂੰ ਜਾਣਕਾਰੀ ਮਿਲਿਆ ਨਹੀਂ ਕਰਨੀ। ਸੋ ਇਸ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।